ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਅਸੀਂ ਹਾਜ਼ਰ ਹੋ ਗਏ ਹਾਂ ਪੋਲੀਟੀ ਜੀਕੇ ਦੀ ਦੂਸਰੀ ਕਲਾਸ ਲੈ ਕੇ। 500 ਕੁਐਸਚਨ ਸੀਰੀਜ਼ ਸਟਾਰਟ ਹੈ। ਕੁਐਸਚਨਸ ਨੂੰ ਵਿਆਖਿਆ ਸਹਿਤ ਸਮਝਣ ਦੀ ਕੋਸ਼ਿਸ਼ ਕਰਾਂਗੇ, ਨਾ ਕਿ ਰੱਟਣ ਦੀ। ਇਸੇ ਨਾਲ ਹੀ ਸਾਡਾ ਪਹਿਲਾ ਕੁਐਸਚਨ ਪ੍ਰਸ਼ਨ ਨੰਬਰ 31। ਕਰਨਾਟਕ ਨੇ ਸਾਲ ਡੈਸ਼ ਵਿੱਚ ਏਕੀਕਰਨ ਪ੍ਰਾਪਤ ਕੀਤਾ। A 1956, B 1957, C 1858, D 1960। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ A ਹੈ 1956। ਪ੍ਰਸ਼ਨ ਨੰਬਰ 32। ਰਾਜ PSEC ਆਪਣੀ ਰਿਪੋਰਟ ਡੈਸ਼ ਨੂੰ ਸੌਂਪਦਾ ਹੈ। A ਰਾਸ਼ਟਰਪਤੀ, B ਰਾਜਪਾਲ, C ਵਿਧਾਨ ਸਭਾ, D ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ B ਹੈ ਰਾਜਪਾਲ। ਰਾਜ PSC ਆਪਣੀ ਰਿਪੋਰਟ ਰਾਜਪਾਲ ਨੂੰ ਸੌਂਪਦਾ ਹੈ। ਪ੍ਰਸ਼ਨ ਨੰਬਰ 34। ਇਹਨਾਂ ਵਿੱਚ ਕਿਸ ਕੋਲ ਫੌਜੀ ਸ਼ਕਤੀ ਹੈ। A ਪ੍ਰਧਾਨ ਮੰਤਰੀ, B ਭਾਰਤ ਦੇ ਚੀਫ ਜਸਟਿਸ, C ਐਡਮਿਰਲ, D ਪ੍ਰੈਜ਼ੀਡੈਂਟ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ D ਪ੍ਰੈਜ਼ੀਡੈਂਟ ਹੈ। ਪ੍ਰਸ਼ਨ ਨੰਬਰ 35। ਡੈਸ਼ ਨੀਤੀ ਆਯੋਗ ਦੇ ਚੇਅਰਮੈਨ ਹਨ। A ਪ੍ਰਧਾਨ, B ਉਪ ਪ੍ਰਧਾਨ, C ਪ੍ਰਧਾਨ ਮੰਤਰੀ, D ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ C ਪ੍ਰਧਾਨ ਮੰਤਰੀ ਹੈ, ਜੋ ਕਿ ਇਸ ਸਮੇਂ ਨਰਿੰਦਰ ਮੋਦੀ ਜੀ ਹਨ। ਪ੍ਰਸ਼ਨ ਨੰਬਰ 36। ਭਾਰਤ ਵਿੱਚ ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਕੌਣ ਸੀ। A ਡਾਕਟਰ ਰਾਜਿੰਦਰ ਪ੍ਰਸਾਦ, B ਡਾਕਟਰ BR ਅੰਬੇਦਕਰ, C BN ਰਾਓ, D ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ C BN ਰਾਓ ਹੈ। ਪ੍ਰਸ਼ਨ ਨੰਬਰ 37। ਭਾਰਤ ਦੇ ਚੀਫ ਜਸਟਿਸ ਦੀ ਗੈਰ ਮੌਜੂਦਗੀ ਵਿੱਚ ਜੋ ਰਾਸ਼ਟਰਪਤੀ ਦੀ ਨਿਯੁਕਤੀ ਕਰਦਾ ਹੈ। A ਹਾਈ ਕੋਰਟ ਦਾ ਚੀਫ ਜਸਟਿਸ, B ਭਾਰਤ ਦਾ ਅਟਾਰਨੀ ਜਨਰਲ, C ਪ੍ਰਧਾਨ ਮੰਤਰੀ, D ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ D ਇਹਨਾਂ ਵਿੱਚੋਂ ਕੋਈ ਨਹੀਂ। ਪ੍ਰਸ਼ਨ ਨੰਬਰ 38। ਭਾਰਤੀ ਸੰਵਿਧਾਨ ਵਿੱਚ ਕੁੱਲ ਡੈਸ਼ ਸ਼ਬਦ ਹਨ। A 1,17,369, B 1,26,500, C 1,53,428, B 2,05। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ A ਹੈ 1,17,369। ਪ੍ਰਸ਼ਨ ਨੰਬਰ 39। ਡੈਸ਼ ਭਾਰਤ ਦੇ ਅਟਾਰਨੀ ਜਨਰਲ ਦਾ ਸਹਾਇਕ ਹੈ। A ਐਡਵੋਕੇਟ ਜਨਰਲ, B ਭਾਰਤ ਦੇ ਚੀਫ ਜਸਟਿਸ, C ਭਾਰਤ ਦੇ ਸੋਲਿਸਿਟਰ ਜਨਰਲ, D ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ C ਹੈ ਭਾਰਤ ਦੇ ਸੋਲਿਸਿਟਰ ਜਨਰਲ। ਪ੍ਰਸ਼ਨ ਨੰਬਰ 40। ਚੀਫ ਆਫ ਡਿਫੈਂਸ ਸਟਾਫ CDS ਦੀ ਸੇਵਾ ਮੁਕਤੀ ਦੀ ਉਮਰ ਕਿੰਨੀ ਹੈ। A 55 ਸਾਲ, B 62 ਸਾਲ, C 65 ਸਾਲ, D 70 ਸਾਲ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ C ਹੈ 65 ਸਾਲ। ਪ੍ਰਸ਼ਨ ਨੰਬਰ 41। ਕੀ ਕੇਂਦਰ ਸ਼ਾਸਿਤ ਪ੍ਰਦੇਸ਼ ਰਾਜ ਸਭਾ ਵਿੱਚ ਆਪਣੇ ਨੁਮਾਇੰਦੇ ਭੇਜਦੇ ਹਨ। A ਹਾਂ, B ਨਹੀਂ, C ਕਦੇ ਕਦੇ, D ਹਰ 3 ਸਾਲਾਂ ਬਾਅਦ। ਇਸ ਦਾ ਸਹੀ ਉੱਤਰ ਹੈ ਹਾਂ ਆਪਸ਼ਨ ਨੰਬਰ A। ਪ੍ਰਸ਼ਨ ਨੰਬਰ 42। ਲੋਕ ਸਭਾ ਵਿੱਚ ਸਪੀਕਰ ਦੀ ਵੋਟ ਨੂੰ ਕਿਹਾ ਜਾਂਦਾ ਹੈ। A ਕੇਂਦਰੀ ਵੋਟ, B ਵਿਸ਼ੇਸ਼ ਵੋਟ, C ਕਾਸਟਿੰਗ ਵੋਟ, D ਵੱਖਰੀ ਵੋਟ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ C ਕਾਸਟਿੰਗ ਵੋਟ ਹੈ। ਪ੍ਰਸ਼ਨ ਨੰਬਰ 43। ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਤਹਿਤ ਮਿਜ਼ੋਰਮ ਰਾਜ ਉੱਪਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। A ਧਾਰਾ 371G, B ਧਾਰਾ 371E, C ਧਾਰਾ 371F, D ਧਾਰਾ 371D। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ A ਹੈ ਧਾਰਾ 371G। ਪ੍ਰਸ਼ਨ ਨੰਬਰ 44। ਕੇਂਦਰ ਰਾਜ ਦਾ ਸੰਬੰਧ ਹੇਠਾਂ ਦਿੱਤੇ ਅਨੁਸੂਚੀਆਂ ਵਿੱਚੋਂ ਇੱਕ ਵਿੱਚ ਹੈ। A 6ਵਾਂ, B 7ਵਾਂ, C 8ਵਾਂ, D 9ਵਾਂ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ B ਹੈ 7ਵਾਂ। ਪ੍ਰਸ਼ਨ ਨੰਬਰ 45। ਹੇਠਾਂ ਲਿਖਿਆਂ ਵਿੱਚੋਂ ਕਿਸਨੇ ਪ੍ਰਸਤਾਵਨਾ ਵਿੱਚ ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦਾਂ ਦੀ ਸ਼ੁਰੂਆਤ ਦਾ ਵਿਰੋਧ ਕੀਤਾ।
A M K गांधी, B K T शाह, C B R अम्बेडकर, D A सब। इसका सही उत्तर ऑप्शन नंबर C है B R अम्बेडकर। प्रश्न नंबर 46, ਭਾਰਤ ਵਿੱਚ ਉਪ ਰਾਸ਼ਟਰਪਤੀ ਦੀ ਚੋਣ ਸੰਬੰਧੀ ਵਿਵਾਦ ਦਾ ਫੈਸਲਾ ਕੌਣ ਕਰਦਾ ਹੈ? A ਚੋਣ ਕਮਿਸ਼ਨ, B ਸੁਪਰੀਮ ਕੋਰਟ, C ਲੋਕ ਸਭਾ ਸਪੀਕਰ, D ਪ੍ਰੈਜ਼ੀਡੈਂਟ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ B ਹੈ ਸੁਪਰੀਮ ਕੋਰਟ। ਪ੍ਰਸ਼ਨ ਨੰਬਰ 47, 2 ਅਕਤੂਬਰ 1959 ਨੂੰ ਪੰਚਾਇਤ ਰਾਜ ਪ੍ਰਣਾਲੀ ਭਾਰਤ ਵਿੱਚ ਹੇਠ ਲਿਖੀਆਂ ਥਾਵਾਂ 'ਤੇ ਲਾਗੂ ਕੀਤੀ ਗਈ ਸੀ। A ਨਾਗੌਰ ਰਾਜਸਥਾਨ, B ਸੀਤਾਮੜੀ ਬਿਹਾਰ, C ਅਲੀਗੜ੍ਹ ਉੱਤਰ ਪ੍ਰਦੇਸ਼, D ਪੁਣੇ ਮਹਾਰਾਸ਼ਟਰ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ A ਨਾਗੌਰ ਰਾਜਸਥਾਨ ਹੈ। ਪ੍ਰਸ਼ਨ ਨੰਬਰ 48, ਹੇਠਾਂ ਲਿਖੀਆਂ ਸੰਸਥਾਵਾਂ ਵਿੱਚੋਂ ਕਿਹੜੀਆਂ ਨਾ ਤਾਂ ਸੰਵਿਧਾਨਿਕ ਹਨ ਅਤੇ ਨਾ ਹੀ ਅਸੰਵਿਧਾਨਿਕ? A ਵਿੱਤ ਕਮਿਸ਼ਨ, B ਕੇਂਦਰੀ ਜਾਂਚ ਬਿਊਰੋ, C ਨੈਸ਼ਨਲ ਗ੍ਰੀਨ ਟ੍ਰਿਬਿਊਨਲ, D यूनियन पब्लिक सर्विस कमीशन। इसका सही उत्तर ऑप्शन नंबर बी है केंद्रीय जांच ब्यूरो। प्रश्न नंबर 49, ਭਾਰਤੀ संविधान के किहड़े अनुच्छेद विच चोण कमीशन संबंधी उपबंध हैं? A धारा 320, B धारा 324, C धारा 328, D धारा 330। इसका सही उत्तर ऑप्शन नंबर बी है धारा 324। प्रश्न नंबर 50, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਮੰਤਰਾਲਾ ਕੇਂਦਰ ਜਾਂਚ ਬਿਊਰੋ ਨਾਲ ਜੁੜਿਆ ਹੋਇਆ ਹੈ? A ਕਾਨੂੰਨ ਮੰਤਰਾਲੇ, B ਗ੍ਰਹਿ ਮੰਤਰਾਲੇ, C ਅਮਲਾ ਮੰਤਰਾਲੇ, D ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ C ਹੈ ਅਮਲਾ ਮੰਤਰਾਲੇ। ਪ੍ਰਸ਼ਨ ਨੰਬਰ 51, ਲੇਖ ਡੈਸ਼ ਦੇ ਅਨੁਸਾਰ ਰਾਜ ਪ੍ਰੀਸ਼ਦ ਬਣਾਈ ਜਾਂ ਖਤਮ ਕੀਤੀ ਜਾ ਸਕਦੀ ਹੈ? A 167, B 168, C 169, D 170। इसका सही उत्तर ऑप्शन नंबर C है 169। प्रश्न नंबर 52, ਭਾਰਤ ਵਿੱਚ ਕਾਨੂੰਨੀ ਪ੍ਰਭੂਸਤਾ ਇਹਨਾਂ ਦੇ ਕੋਲ ਹੈ? A ਰਾਸ਼ਟਰਪਤੀ, B ਨਿਆਂਪਾਲਿਕਾ, C ਸੰਸਦ, D ਸੰਵਿਧਾਨ। इसका सही उत्तर ऑप्शन नंबर D है संविधान। प्रश्न नंबर 53, ਹੇਠ ਲਿਖਿਆਂ ਵਿੱਚੋਂ ਕਿਸ ਕੋਲ ਕੇਂਦਰ ਅਤੇ ਰਾਜਾਂ ਵਿਚਕਾਰ ਵਿਵਾਦਾਂ ਦਾ ਨਿਪਟਾਰਾ ਕਰਨ ਦੀ ਸ਼ਕਤੀ ਹੈ? A ਹਾਈ ਕੋਰਟ, B ਸੁਪਰੀਮ ਕੋਰਟ, C ਪ੍ਰਧਾਨ ਪ੍ਰੈਜ਼ੀਡੈਂਟ, D ਕੈਗ ਕੰਟਰੋਲਰ ਐਂਡ ਆਡੀਟਰ ਜਨਰਲ। ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ B ਸੁਪਰੀਮ ਕੋਰਟ। ਪ੍ਰਸ਼ਨ ਨੰਬਰ 54, ਆਜ਼ਾਦ ਭਾਰਤ ਦੇ 5ਵੇਂ ਸਿਹਤ ਮੰਤਰੀ ਸਨ? A ਮੌਲਾਨਾ ਅਬਦੁਲ ਕਲਾਮ ਆਜ਼ਾਦ, B ਸਰਦਾਰ ਵੱਲਭ ਭਾਈ ਪਟੇਲ, C विजय लक्ष्मी पंडित, D राजकुमारी अमृत कौर। इसका सही उत्तर ऑप्शन नंबर D है राजकुमारी अमृत कौर। प्रश्न नंबर 55, लोक सभा के पहले स्पीकर सन? A S राधाकृष्णन, B सरदार हुकम सिंह, C GV मावलंकर, D इन्हां विचों कोई नहीं। इसका सही उत्तर ऑप्शन नंबर C GV मावलंकर है। प्रश्न नंबर 56, एक राष्ट्रपति ऑर्डीनेंस डैश महीनों ਲਈ लागू रह सकता है? A 3, B 6, C 9, D 11। इसका सही उत्तर ऑप्शन नंबर B है 6। प्रश्न नंबर 57, संविधान बनाने का पहला विचार इन्हां द्वारा दिता गया सी? A MN राय, B जवाहर लाल नेहरू, C सरदार पटेल, D महात्मा गांधी। इसका सही उत्तर ऑप्शन नंबर A है MN राय। प्रश्न नंबर 58, ਭਾਰਤ ਦੀਆਂ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਦਾ ਵਿਜ਼ਿਟਰ ਹੇਠ ਲਿਖੇ ਵਿੱਚੋਂ ਕੌਣ ਹੈ? A ਭਾਰਤ ਦਾ ਰਾਸ਼ਟਰਪਤੀ, B ਚੇਅਰਮੈਨ UGC, C ਭਾਰਤ ਦੇ ਉਪ ਰਾਸ਼ਟਰਪਤੀ, D ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ B ਹੈ ਚੇਅਰਮੈਨ UGC। ਪ੍ਰਸ਼ਨ ਨੰਬਰ 59, 73ਵੇਂ ਸੰਵਿਧਾਨਿਕ ਸ਼ੋਧ ਐਕਟ ਦੇ ਅਨੁਸਾਰ ਪੰਚਾਇਤ ਦਾ ਕਾਰਜਕਾਲ ਕੀ ਹੈ? A 2 ਸਾਲ, B 3 साल, C 5 साल, D 6 साल। इसका सही उत्तर ऑप्शन नंबर C है 5 साल। प्रश्न नंबर 60, ਹੇਠਾਂ ਲਿਖੀਆਂ ਕਮੇਟੀਆਂ ਵਿੱਚੋਂ ਕਿਸ ਕਮੇਟੀ ਨੇ ਇੱਕ ਭਾਸ਼ਾ ਇੱਕ ਰਾਜ ਦੇ ਆਧਾਰ 'ਤੇ ਰਾਜਾਂ ਦੇ ਪੁਨਰਗਠਨ ਨੂੰ ਸਵੀਕਾਰ ਕੀਤਾ? A SK ਧਰ ਕਮੇਟੀ, B JVP ਕਮੇਟੀ, C ਫਜ਼ਲ ਅਲੀ ਕਮਿਸ਼ਨ, D ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ऑप्शन नंबर D इन्हां विचों कोई नहीं।
ਪ੍ਰਸ਼ਨ ਨੰਬਰ 61 ਹੇਠਾਂ ਲਿਖਿਆਂ ਵਿੱਚੋਂ ਕੌਣ ਕਦੇ ਵੀ ਭਾਰਤ ਦਾ ਉਪ ਰਾਸ਼ਟਰਪਤੀ ਨਹੀਂ ਬਣਿਆ? ਆਪਸ਼ਨ ਨੰਬਰ ਏ ਗੁਲਜ਼ਾਰੀ ਲਾਲ ਨੰਦਾ, ਬੀ ਵੀਵੀ ਗਿਰੀ, ਸੀ ਜ਼ਾਕਿਰ ਹੁਸੈਨ, ਡੀ ਇਹ ਸਾਰੇ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ ਏ ਹੈ ਗੁਲਜ਼ਾਰੀ ਲਾਲ ਨੰਦਾ। ਪ੍ਰਸ਼ਨ ਨੰਬਰ 62 ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸਾਲ ਵਿੱਚ ਪਹਿਲੀ ਲੋਕ ਸਭਾ ਚੋਣ ਜਿੱਤੀ? ਏ 1991, ਬੀ 1998, ਸੀ 2004, ਡੀ 2007। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ ਸੀ ਹੈ 2004। ਪ੍ਰਸ਼ਨ ਨੰਬਰ 63 ਅਧੀਨ ਅਦਾਲਤਾਂ ਦੀ ਨਿਗਰਾਨੀ ਡੈਸ਼ ਦੁਆਰਾ ਕੀਤੀ ਜਾਂਦੀ ਹੈ? ਏ ਸੁਪਰੀਮ ਕੋਰਟ, ਬੀ ਜ਼ਿਲ੍ਹਾ ਅਦਾਲਤ, ਸੀ ਹਾਈ ਕੋਰਟ, ਡੀ ਸੰਸਦ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ ਸੀ ਹਾਈ ਕੋਰਟ ਹੈ। ਪ੍ਰਸ਼ਨ ਨੰਬਰ 64 ਭਾਰਤੀ ਸੰਵਿਧਾਨ ਦਾ ਡੈਸ਼ ਕੇਂਦਰ ਰਾਜ ਸੰਬੰਧਾਂ ਨਾਲ ਸੰਬੰਧਿਤ ਹੈ? ਏ ਭਾਗ 4, ਬੀ ਭਾਗ 10, ਸੀ ਭਾਗ 11, ਡੀ ਭਾਗ 12। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ ਸੀ ਹੈ ਭਾਗ 11। ਪ੍ਰਸ਼ਨ ਨੰਬਰ 65 ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਭਾਰਤ ਦੇ ਰਾਸ਼ਟਰਪਤੀ ਦੇ ਮਹਾਦੋਸ਼ ਦੇ ਉਪਬੰਧਾਂ ਬਾਰੇ ਗੱਲ ਕਰਦਾ ਹੈ? ਏ ਆਰਟੀਕਲ 51, ਬੀ ਆਰਟੀਕਲ 54, ਸੀ ਧਾਰਾ 61, ਡੀ ਧਾਰਾ 63। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ ਸੀ ਹੈ ਧਾਰਾ 61। ਪ੍ਰਸ਼ਨ ਨੰਬਰ 66 ਮਾਮਲੇ ਜੋ ਕਿ ਕ੍ਰਮ ਦੇ ਬਿੰਦੂ ਨਹੀਂ ਹਨ ਨੂੰ ਲੋਕ ਸਭਾ ਦੇ ਨਿਯਮ ਡੈਸ਼ ਅਧੀਨ ਵਿਸ਼ੇਸ਼ ਜ਼ਿਕਰ ਦੁਆਰਾ ਉਠਾਇਆ ਜਾ ਸਕਦਾ ਹੈ? ਏ 214, ਬੀ 223, ਸੀ 302, ਡੀ 377। ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਡੀ 377। ਪ੍ਰਸ਼ਨ ਨੰਬਰ 67 73ਵਾਂ ਸ਼ੋਧ ਐਕਟ ਇਸ ਤੋਂ ਲਾਗੂ ਹੋਇਆ? ਏ ਜਨਵਰੀ 1980, ਬੀ ਅਪ੍ਰੈਲ 1991, ਸੀ ਅਪ੍ਰੈਲ 1993, ਡੀ ਅਗਸਤ 1995। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ ਸੀ ਹੈ ਅਪ੍ਰੈਲ 1993। ਪ੍ਰਸ਼ਨ ਨੰਬਰ 68 NHRC ਦੇ ਚੇਅਰਪਰਸਨ ਦੀ ਨਿਯੁਕਤੀ ਲਈ ਹੇਠ ਲਿਖਿਆਂ ਵਿੱਚੋਂ ਕੌਣ ਕਮੇਟੀ ਵਿੱਚ ਸ਼ਾਮਿਲ ਨਹੀਂ ਹੈ? ਏ ਪ੍ਰਧਾਨ ਮੰਤਰੀ, ਬੀ ਪ੍ਰਧਾਨ, ਸੀ ਚੀਫ ਜਸਟਿਸ, ਡੀ ਇਹ ਸਭ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ ਸੀ ਹੈ ਚੀਫ ਜਸਟਿਸ। ਪ੍ਰਸ਼ਨ ਨੰਬਰ 69 ਅਨੁਮਾਨ ਕਮੇਟੀ ਵਿੱਚ ਹੇਠਾਂ ਲਿਖਿਆਂ ਵਿੱਚੋਂ ਕਿਹੜੀਆਂ ਸ਼ਾਮਿਲ ਹਨ? ਏ ਲੋਕ ਸਭਾ ਦੇ 30 ਮੈਂਬਰ, ਬੀ ਰਾਜ ਸਭਾ ਦੇ 30 ਮੈਂਬਰ, ਸੀ ਦੋਵਾਂ ਦੇ 30 ਮੈਂਬਰ, ਡੀ ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਆਪਸ਼ਨ ਨੰਬਰ ਏ ਹੈ ਲੋਕ ਸਭਾ ਦੇ 30 ਮੈਂਬਰ। ਪ੍ਰਸ਼ਨ ਨੰਬਰ 70 ਮੰਤਰੀ ਮੰਡਲ ਵਿੱਚ ਡੈਸ਼ ਸ਼ਾਮਿਲ ਨਹੀਂ ਹੁੰਦਾ? ਏ ਕੈਬਨਿਟ ਮੰਤਰੀ, ਬੀ ਰਾਜਾਂ ਦੇ ਮੰਤਰੀ, ਸੀ ਕੈਬਨਿਟ ਸਕੱਤਰ, ਡੀ ਪੋਰਟਫੋਲੀਓ ਤੋਂ ਬਿਨਾਂ ਮੰਤਰੀ। ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਸੀ ਕੈਬਨਿਟ ਸਕੱਤਰ। ਇਸੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਹੁੰਦੀ ਹੈ। ਅਗਲੀ ਵੀਡੀਓ ਨਾਲ ਅਸੀਂ ਜਲਦੀ ਹੀ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹੋਵਾਂਗੇ। ਧੰਨਵਾਦ ਜੀ।